ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ। ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਨੇ ਜੀ ICCRC ਮੈਂਬਰ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ। ਸਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਕੈਨੇਡਾ ਨੂੰ ਲੈ ਕੇ ਜੀ ਜਿੱਥੇ ਤੱਕ ਕਈ ਗੁੱਡ ਨਿਊਜ਼ ਜਿਹੜੀਆਂ ਹੈਗੀਆਂ ਨੇ ਸਾਨੂੰ ਸੁਣਨ ਨੂੰ ਵੇਖਣ ਨੂੰ ਮਿਲੀਆਂ, ਉੱਥੇ ਹੀ ਖਬਰ ਇਹ ਵੀ ਹੈ ਕਿ ਸਟੂਡੈਂਟਸ ਦੀਆਂ ਰਿਜੈਕਸ਼ਨਸ ਆ ਰਹੀਆਂ ਨੇ। ਸੋ ਫਿਲਹਾਲ ਜੀ ਉਹਦੇ ਬਾਰੇ ਡਿਸਕਸ ਕਰਾਂਗੇ, ਨਾਲ ਦੇ ਨਾਲ ਹੋਰ ਕੀ ਖਾਸ ਰਹੇਗਾ ਇਸ ਵਾਰੀ ਕੈਨੇਡਾ ਸਟੱਡੀ ਵੀਜ਼ਾ ਸਾਡੇ ਵਿਦਿਆਰਥੀਆਂ ਦੇ ਵਾਸਤੇ, ਇਹਦੇ ਬਾਰੇ ਡਿਸਕਸ ਕਰਾਂਗੇ। ਬਟ ਉਸ ਤੋਂ ਪਹਿਲਾਂ ਜੀ ICCRC ਦੇ ਵੱਲੋਂ ਬਣਾਈ ਗਈ ਇੱਕ ਛੋਟੀ ਜਿਹੀ ਵੀਡੀਓ ਜ਼ਰੂਰ ਵੇਖ ਲੈਂਦੇ ਤੇ ਉਸ ਤੋਂ ਬਾਅਦ ਕੈਨੇਡਾ ਸਟੱਡੀ ਵੀਜ਼ਾ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ। ਕੈਨੇਡਾ ਵਿੱਚ 7 ਮਿਲੀਅਨ ਤੋਂ ਵੀ ਵੱਧ ਪ੍ਰਵਾਸੀਆਂ ਦਾ ਘਰ ਹੈ ਅਤੇ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਅਗਲੇ 3 ਸਾਲਾਂ ਦੇ ਅੰਦਰ ਅਸੀਂ 1 ਮਿਲੀਅਨ ਤੋਂ ਵੀ ਵੱਧ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਾਂਗੇ। ਕੈਨੇਡਾ ਵਿੱਚ ਰਹਿਣ ਦਾ ਅਰਥ ਹੋ ਸਕਦਾ ਹੈ ਕਿ ਨਵੇਂ ਮੌਕੇ ਜਾਂ ਪਰਿਵਾਰ ਨਾਲ ਦੁਬਾਰਾ ਮਿਲਣਾ। ਇਸ ਦਾ ਮਤਲਬ ਸੁਰੱਖਿਆ ਅਤੇ ਅਤਿਆਚਾਰ ਤੋਂ ਆਜ਼ਾਦੀ ਵੀ ਹੋ ਸਕਦਾ ਹੈ। ਲੱਖਾਂ ਲੋਕਾਂ ਲਈ ਕੈਨੇਡਾ ਵਿੱਚ ਜ਼ਿੰਦਗੀ ਇੱਕ ਬਹੁਤ ਵੱਡੀ ਲੋੜ ਹੈ, ਪਰ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਬਹੁਤ ਹੀ ਗੁੰਝਲਦਾਰ ਹੋ ਸਕਦਾ ਹੈ। ਅਕਸਰ ਬਦਲ ਰਹੇ ਕਾਨੂੰਨਾਂ ਅਤੇ ਨਿਯਮਾਂ ਨਾਲ ਇਹ ਇੱਕ ਉਲਝਣ ਭਰੀ ਅਤੇ ਮੁਸ਼ਕਲ ਪ੍ਰਕਿਰਿਆ ਹੋ ਸਕਦੀ ਹੈ। ਇਸ ਲਈ ਬਹੁਤ ਸਾਰੇ ਬਿਨੈਕਾਰ ਕਿਸੇ ਇਮੀਗ੍ਰੇਸ਼ਨ ਸਲਾਹਕਾਰ ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ। ਇਹ ਜਾਣਨਾ ਮਹੱਤਵਪੂਰਨ ਹੈ ਕਿ ਕੈਨੇਡੀਅਨ ਕਾਨੂੰਨ ਦੇ ਅਨੁਸਾਰ ਕਿਸੇ ਇਮੀਗ੍ਰੇਸ਼ਨ ਸਲਾਹਕਾਰ ਨੂੰ ICCRC ਤੋਂ ਲਾਇਸੈਂਸ ਲੈਣ ਦੀ ਲੋੜ ਹੁੰਦੀ ਹੈ, ਨਹੀਂ ਤਾਂ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦਾ ਮੁਆਵਜ਼ਾ ਲੈ ਕੇ ਇਮੀਗ੍ਰੇਸ਼ਨ ਬਾਰੇ ਸਲਾਹ ਦੇਣ ਲਈ ਲਾਜ਼ਮੀ ਤੌਰ ਤੇ ਕਿਸੇ ਕੈਨੇਡੀਅਨ ਲਾਅ ਸੁਸਾਇਟੀ ਦਾ ਮੈਂਬਰ ਜਾਂ ਕਿਊਬਿਕ ਨੋਟਰੀ ਹੋਣਾ ਚਾਹੀਦਾ ਹੈ। ICCRC 4600 ਤੋਂ ਵੱਧ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਨਿਯੰਤਰਿਤ ਕਰਦੀ ਹੈ ਅਤੇ ਇਮੀਗ੍ਰੈਂਟ ਬਿਨੈਕਾਰਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਧੋਖਾਧੜੀ, ਗੈਰ ਕਾਨੂੰਨੀ ਅਤੇ ਅਨੈਤਿਕ ਕਾਰਵਾਈਆਂ ਤੋਂ ਉਹਨਾਂ ਦੀ ਰੱਖਿਆ ਕਰਦੀ ਹੈ। ਗੈਰ ਕਾਨੂੰਨੀ ਨੁਮਾਇੰਦਗੀ ਦੇ ਨਤੀਜੇ ਵਜੋਂ $1 ਲੱਖ ਤੱਕ ਦਾ ਜੁਰਮਾਨਾ ਅਤੇ 2 ਸਾਲ ਦੀ ਜੇਲ੍ਹ ਹੋ ਸਕਦੀ ਹੈ ਅਤੇ ਕੋਈ ਅਰਜ਼ੀ ਵਾਪਸ ਕੀਤੀ ਜਾਂ ਨਕਾਰੀ ਜਾ ਸਕਦੀ ਹੈ। ਯਕੀਨੀ ਬਣਾਓ ਕਿ ਤੁਹਾਡੇ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰ ਨੂੰ ICCRC ਦੁਆਰਾ ਲਾਇਸੈਂਸ ਦਿੱਤਾ ਗਿਆ ਹੈ। ਧਿਆਨ ਰੱਖੋ ਕਿ ਇਸ ਖੇਤਰ ਵਿੱਚ ਕਈ ਅਣਅਧਿਕਾਰਿਤ ਨੁਮਾਇੰਦੇ ਕੰਮ ਕਰ ਰਹੇ ਨੇ। ICCRC ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਅਰਜ਼ੀ ਦੇਣ ਵਾਲਿਆਂ ਦੀ ਰੱਖਿਆ ਕਰਨ ਲਈ ਹੈ। ਇਹ ਪੁਸ਼ਟੀ ਕਰਨ ਲਈ ਕਿ ਤੁਹਾਡਾ ਸਲਾਹਕਾਰ ਲਾਇਸੈਂਸਸ਼ੁਦਾ ਹੈ, ਸਾਡੀ ਵੈਬਸਾਈਟ ਤੇ ਜਾਓ। ਆਪਣੀ ਅਰਜ਼ੀ ਵਿੱਚ ਸਹਾਇਤਾ ਲੈਣ ਲਈ ਕਿਸੇ ਨਿਯੰਤਰਿਤ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰ ਦੀ ਭਾਲ ਕਰੋ। ਸੋ ਫਿਲਹਾਲ ਜੀ ਡਾਕਟਰ ਰਵੀ ਗਰਗ ਪਾਇਨੀਅਰ ਇਮੀਗ੍ਰੇਸ਼ਨ ਤੋਂ ICCRC ਮੈਂਬਰ ਨੇ। ਇਹਨਾਂ ਦਾ ਨਾਮ ਤੁਸੀਂ ਕੈਨੇਡਾ ਗਵਰਨਮੈਂਟ ਐਮਬੈਸੀ ਦੀ ਜਿਹੜੀ ਵੈਬਸਾਈਟ ਹੈ ਜੀ ਉੱਥੇ ਜਾ ਕੇ ਵੀ ਦੇਖ ਸਕਦੇ ਨੇ। ਬੜੀ ਓਨੈਸਟੀ ਦੇ ਨਾਲ ਜੀ ਆਪਣੀਆਂ ਜਿਹੜੀਆਂ ਹੈਗੀਆਂ ਸੇਵਾਵਾਂ ਦਿੰਦੇ ਆਏ ਨੇ ਕਾਫੀ ਸਮੇਂ ਤੋਂ, ਤੇ ਆਈ ਐਮ ਸ਼ੋਰ ਜਿਹੜੇ ਸਾਡੇ ਸਟੂਡੈਂਟਸ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਸਾਡੇ ਦਰਸ਼ਕ, ਤੁਸੀਂ ਵੀ ਜੇ ਪਾਇਨੀਅਰ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈਣੀਆਂ ਨੇ ਜੀ ਤਾਂ ਨੰਬਰਾਂ ਨੂੰ ਨੋਟ ਡਾਊਨ ਕਰ ਲਓ। ਫਿਲਹਾਲ ਇਹ ਲਾਈਵ ਪ੍ਰੋਗਰਾਮ ਹੈ, ਤੁਸੀਂ ਆਪਣਾ ਸਵਾਲ ਜਿਹੜਾ ਗੱਲਬਾਤ ਜਿਹੜੀ ਹੈ ਜ਼ਰੂਰ ਕਰ ਸਕਦੇ ਹੋ ਪਾਇਨੀਅਰ ਇਮੀਗ੍ਰੇਸ਼ਨ ਦੇ ਵੈਲ ਟ੍ਰੇਨਡ ਸਟਾਫ ਦੇ ਨਾਲ। ਸੋ ਰਵੀ ਸਰ, ਸਭ ਤੋਂ ਪਹਿਲਾਂ ਅੱਛਾ, ਜਿੱਥੇ ਤਾਂ ਇੰਨੀਆਂ ਜ਼ਿਆਦਾ ਵਧੀਆ ਖਬਰਾਂ ਸੁਣਨ ਨੂੰ ਮਿਲ ਰਹੀਆਂ ਸੀ, ਸਟੂਡੈਂਟ ਐਕਸਾਈਟਡ ਸੀਗੇ, ਹਾਂਜੀ VFS ਕਦੋਂ ਓਪਨ ਹੋਏਗਾ, ਮੈਡੀਕਲ ਕਦੋਂ ਹੋਏਗਾ, ਫਲਾਈਟਸ ਕਦੋਂ ਹੋਣਗੀਆਂ, ਉਹਦੇ ਬਾਰੇ ਜ਼ਰੂਰ ਮੈਂ ਗੱਲ ਕਰਾਂਗੀ ਫਲਾਈਟਸ ਨੂੰ ਲੈ ਕੇ। ਬਟ ਹੁਣ ਜਿਹੜੀ ਨਿਊਜ਼ ਆ ਰਹੀ ਹੈ ਕਿ ਸਟੂਡੈਂਟਸ ਦੇ ਰਿਜ਼ਲਟ ਆਉਣੇ ਸ਼ੁਰੂ ਹੋਏ, ਬਟ ਉਹ ਕਿਤੇ ਨਿਰਾਸ਼ਾਜਨਕ ਰਿਜ਼ਲਟਸ ਆ ਰਹੇ ਨੇ, ਕੀ ਇਹ ਸੱਚ ਹੈ? ਬਿਲਕੁਲ ਕਵਿਤਾ ਜੀ, ਪੰਜਾਬ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਰਿਫਿਊਜ਼ਲਾਂ ਆ ਰਹੀਆਂ ਨੇ। ਤਕਰੀਬਨ ਪਹਿਲਾਂ ਕੋਈ 15-20 ਦਿਨ ਹੋਲਡ ਤੇ ਰਹੇ ਰਿਜ਼ਲਟਸ, ਔਰ ਤਕਰੀਬਨ ਹਫਤੇ ਤੋਂ ਹੁਣ ਰਿਜ਼ਲਟਸ ਆਣੇ ਸ਼ੁਰੂ ਹੋਏ ਨੇ ਐਮਬੈਸੀ ਵੱਲੋਂ, ਔਰ ਕਾਫੀ ਜ਼ਿਆਦਾ ਰਿਫਿਊਜ਼ਲਾਂ ਸਾਡੇ ਕੋਲੇ ਵੀ ਸਾਰੇ ਆਫਿਸਿਸ ਦੇ ਵਿੱਚ ਬਹੁਤ ਸਾਰੇ ਫੋਨ ਔਰ ਬਹੁਤ ਸਾਰੇ ਕਲਾਇੰਟਸ ਵਿਜ਼ਿਟ ਕਰਦੇ ਪਏ ਨੇ, ਔਰ ਅੱਛੇ ਪ੍ਰੋਫਾਈਲਸ ਦੀਆਂ ਰਿਫਿਊਜ਼ਲਸ ਐਮਬੈਸੀ ਨੇ ਦੇ ਦਿੱਤੀਆਂ ਨੇ। ਉਹਦਾ ਕਾਰਨ ਕੀ ਹੈ? ਬਿਕੋਜ਼ ਦੇਖੋ ਪਹਿਲਾਂ ਤਾਂ ਅਸੀਂ ਇੰਤਜ਼ਾਰ ਕਰ ਰਹੇ ਸੀਗੇ, ਫਿਰ ਐਮਬੈਸੀ ਖੁਦ ਕਹਿ ਰਹੀ ਹੈ ਜੀ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਨੇ ਉਹ ਡਿਪੋਜ਼ਿਟ ਕਰਵਾਓ, ਰਾਈਟ, ਵੀ ਅਸੀਂ ਰਿਜ਼ਲਟ ਦੇਵਾਂਗੇ। ਬਟ ਕੀ ਉਹ ਨੈਗੇਟਿਵ ਰਿਜ਼ਲਟ ਹੀ ਦੇਣਾ ਸੀ ਉਹਨਾਂ ਨੇ? ਦੇਖੋ ਜਿਹੜੀ ਕਵਿਤਾ ਜੀ, ਤੁਸੀਂ ਜਿਹੜੇ ਡਾਕੂਮੈਂਟ ਡਿਪੋਜ਼ਿਟ ਕਰਵਾਉਣ ਦੀ ਗੱਲ ਕਰ ਰਹੇ ਹੋ, ਉਹ ਕਿਊਬੈਕ ਦੀ ਸੀਗੀ, ਜਿਸ ਦੇ ਵਿੱਚ ਉਹਨਾਂ ਨੇ 30 ਡੇਜ਼ ਦਾ ਟਾਈਮ ਦਿੱਤਾ ਸੀ, ਔਰ ਉਹ 30 ਡੇਜ਼ ਹਾਲੇ ਪੂਰੇ ਵੀ ਨਹੀਂ ਹੋਏ, ਔਰ ਕਿਊਬੈਕ ਦੇ ਹਾਲੇ ਕੋਈ ਰਿਜ਼ਲਟ ਆਣੇ ਨਹੀਂ ਸ਼ੁਰੂ ਹੋਏ। ਤੇ ਇਸ ਕਰਕੇ ਉਸ ਗੱਲ ਦੇ ਨਾਲ ਰਿਲੇਸ਼ਨ ਨਹੀਂ ਹੈਗਾ। ਇਹ ਜਿਹੜੇ ਰਿਜ਼ਲਟਸ ਆ ਰਹੇ ਨੇ ਕਿਊਬੈਕ ਤੋਂ ਬਾਹਰ ਦੂਜੀ ਪ੍ਰੋਵਿੰਸਿਸ ਦੀ ਜਿਹੜੀਆਂ ਆਲਰੇਡੀ ਸਬਮਿਟਡ ਫਾਈਲ ਸੀਗੀਆਂ, ਈਵਨ ਕਿ ਜਿਹੜੀਆਂ ਪਿਛਲੇ ਇਨਟੇਕ ਦੀਆਂ ਸੀਗੀਆਂ ਜਾਂ ਸਤੰਬਰ 21 ਦੀਆਂ ਸੀਗੀਆਂ, ਚਾਹੇ ਉਹ ਮੇ ਵਾਲੇ ਵੀ ਸਟੂਡੈਂਟ ਵਿੱਚ ਸੀਗੇ, ਹਾਂਜੀ, ਜਿਹੜੇ ਮੇ ਵਾਲੇ ਸੀ ਉਹ ਵੀ ਵਿੱਚ ਕਿਤੇ ਨਾ ਕਿਤੇ ਰਹਿ ਗਏ ਸੀ, ਲਾਕਡਾਊਨ ਹੋ ਗਿਆ ਸੀਗਾ। ਮਈ ਵਾਲੇ ਰਿਜ਼ਲਟਸ ਵੀ ਕਈ ਜਿਹੜੇ ਨਹੀਂ ਆਏ ਸੀਗੇ ਉਹਨਾਂ ਨੂੰ ਡੈਫਰ ਕਰ ਲਿਆ ਗਿਆ ਸੀਗਾ। ਉਹ ਇੱਕ ਰੂਟੀਨ ਪ੍ਰੋਸੀਜਰ ਹੈਗਾ, ਜਾਂ ਮਈ ਦੇ ਸਟੂਡੈਂਟਸ ਜਿਹੜੇ ਨੇ
ਬੜੇ ਸਾਰੇ ਕਾਲਜਿਸ ਨੇ ਆਨਲਾਈਨ ਕਲਾਸਿਸ ਉਹਨਾਂ ਨੂੰ ਅਲਾਉ ਕੀਤੀਆਂ ਹੋਈਆਂ ਸੀਗੀਆਂ ਔਰ ਉਹਨਾਂ ਦੇ ਇਹ ਰਿਫੰਡ ਪ੍ਰੋਸੈਸ ਔਰ ਰਿਫੰਡ ਉਹਨਾਂ ਦੀ ਪਾਲਿਸੀ ਸੀਗੀ ਕਿ ਅਗਰ ਰਿਫਿਊਜ਼ ਹੋਏਗਾ ਤੇ ਪੂਰੀ ਫੀਸ ਵਾਪਸ ਕਰਨਗੇ। ਕੁਝ ਕਾਲਜਿਸ ਨੇ ਕੱਟਣ ਦੀ ਗੱਲ ਕੀਤੀ ਸੀ। ਸੋ ਉਹ ਡਿਪੈਂਡ ਕਰਦਾ ਅਲੱਗ-ਅਲੱਗ ਕਾਲਜਿਸ ਦੀ ਰਿਫੰਡ ਪਾਲਿਸੀ ਤੇ। ਲੇਕਿਨ ਉਹ ਸਟੂਡੈਂਟ ਜਿਹੜੇ ਆਨਲਾਈਨ ਕਲਾਸਿਸ ਮਈ ਵਾਸਤੇ ਵੀ ਲਾ ਰਹੇ ਸੀ ਉਹਨਾਂ ਦੇ ਵੀ ਰਿਜ਼ਲਟਸ ਆਏ ਤੇ ਜ਼ਿਆਦਾਤਰ ਰਿਫਿਊਜ਼ਲਸ ਦਾ ਸਾਹਮਣਾ ਕਰਨਾ ਪਿਆ। ਉਸ ਦੇ ਵਿੱਚ ਕਈ ਤਾਂ ਇਨਜੈਨੂਅਨ ਦਾ ਮਤਲਬ ਚੰਗੇ ਭਲੇ ਕੇਸਿਸ ਨੂੰ ਵੀ ਰਿਫਿਊਜ਼ ਜਿਹੜਾ ਅਸੀਂ ਦੇਖੇ, ਮੈਂ ਬਹੁਤ ਸਾਰੇ ਪ੍ਰੋਫਾਈਲਸ ਦੇਖੇ ਨੇ ਤੇ ਉਹ ਅੱਛੇ ਭਲੇ ਪ੍ਰੋਫਾਈਲਸ ਦੀ ਵੀ ਰਿਫਿਊਜ਼ਲਸ ਹੈਗੀਆਂ ਨੇ ਔਰ ਕੁਝ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਕੰਸਲਟੈਂਟਸ ਵੱਲੋਂ। ਜਿਸ ਤਰ੍ਹਾਂ ਕਿ ਪਹਿਲਾਂ ਵੀ ਇਹ ਗੱਲ ਕਰਦੇ ਆ ਹਰ ਇੱਕ ਸ਼ੋਅ 'ਤੇ ਕਿ ਗ੍ਰੈਜੂਏਟ ਸਟੂਡੈਂਟਸ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਦਿੰਦੇ ਨੇ ਜਾਂ ਉਹਨਾਂ ਦੇ ਮਾਰਕਸ 'ਤੇ ਨੂੰ ਨਹੀਂ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ +2 ਕਾਮਰਸ ਜਾਂ ਅਕਾਊਂਟੈਂਸੀ 'ਚ ਨੰਬਰ ਘੱਟ ਨੇ, ਅਕਾਊਂਟੈਂਸੀ ਦਾ ਹੀ ਕੋਰਸ ਦੇ ਦਿੱਤਾ। ਸੋ ਜਿਸ ਸਬਜੈਕਟ ਦੇ ਵਿੱਚ ਕੋਰਸ ਜਿਹੜੇ ਮਾਰਕਸ ਘੱਟ ਹੋਣ ਉਸ ਸਬਜੈਕਟਸ ਦੇ ਨਾਲ ਰਿਲੇਟਡ ਅਕਾਊਂਟੈਂਸੀ ਦੇ ਵਿੱਚ ਨੰਬਰ ਘੱਟ ਨੇ, ਅਕਾਊਂਟੈਂਸੀ ਦਾ ਸਬਜੈਕਟ ਨਹੀਂ ਕੋਰਸ ਨਹੀਂ ਦੇਣਾ ਚਾਹੀਦਾ ਕਿਉਂਕਿ ਇੱਕ ਸੈਂਸ ਦੀ ਗੱਲ ਹੈਗੀ ਹੈ, ਕਾਮਨ ਸੈਂਸ ਦੀ, ਕਿ ਜੇ ਇੱਥੇ ਰਹਿ ਕੇ ਇੰਡੀਆ ਦੇ ਵਿੱਚ ਮੰਨ ਲਓ +2 ਕਾਮਰਸ ਦੇ ਵਿੱਚ ਅਕਾਊਂਟੈਂਸੀ ਸਬਜੈਕਟ ਦੇ ਵਿੱਚ ਅਕਾਊਂਟਿੰਗ ਸਬਜੈਕਟ ਦੇ ਵਿੱਚ ਮਾਰਕਸ 50% ਤੋਂ ਵੀ ਘੱਟ ਰਹਿ ਗਏ ਤੇ ਅੱਗੇ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਦੂਜੇ ਕੰਟਰੀ ਜਾ ਕੇ ਜਿੱਥੇ ਜ਼ਿਆਦਾ ਇੰਗਲਿਸ਼ ਹੀ ਬੋਲੀ ਜਾਣੀ ਹੈਗੀ ਹੈ ਉਹ ਉੱਥੇ ਜਾ ਕੇ ਉਹ ਉਸ ਸਬਜੈਕਟ ਨੂੰ ਪਾਸ ਉਸ ਪ੍ਰੋਗਰਾਮ ਨੂੰ ਕੋਰਸ ਨੂੰ ਜਿਹੜਾ ਇੰਟੈਂਡਡ ਪ੍ਰੋਗਰਾਮ ਪੜ੍ਹਨ ਵਾਸਤੇ ਜਾ ਰਹੇ ਨੇ ਉਸ ਨੂੰ ਪਾਸ ਨਹੀਂ ਕਰ ਪਾਉਣਗੇ। ਇਸ ਕਰਕੇ ਰਿਫਿਊਜ਼ਲ ਜੈਨੂਅਨ ਹੈ। ਸੋ ਇਹ ਬੜੀਆਂ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ। ਜਿਹੜਾ ਪੁਰਾਣੀ ਸਟੱਡੀ ਐਜੂਕੇਸ਼ਨ ਕੀ ਹੈਗੀ ਔਰ ਉਸ ਦੇ ਨਾਲ ਰੈਲੇਵੈਂਟ ਪ੍ਰੋਗਰਾਮ ਦੇਣਾ, ਫਿਰ ਉਹਨਾਂ ਦੇ ਇੰਡੀਵਿਜੂਅਲ ਮਾਰਕਸ ਦੇਖਣੇ ਔਰ ਗੈਪ ਦੇ ਨਾਲ ਵੀ ਗੈਪ ਦੇ ਵਿੱਚ ਜਿਹੜਾ ਡਿਊਰਿੰਗ ਗੈਪ ਐਕਸਪੀਰੀਅੰਸ ਕੀ ਸੀਗਾ। ਔਰ ਇਹ ਬੜੀ ਸਾਰੀ ਚੀਜ਼ਾਂ ਗ੍ਰੈਜੂਏਟਸ ਨੂੰ ਕਦੇ ਵੀ ਪੋਸਟ ਸੈਕੰਡਰੀ ਪ੍ਰੋਗਰਾਮ ਨਹੀਂ ਦੇਣਾ ਚਾਹੀਦਾ, ਪੋਸਟ ਗ੍ਰੈਜੂਏਟ ਹੀ ਦੇਣਾ ਚਾਹੀਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਦੇਖ ਕੇ ਪ੍ਰੋਗਰਾਮ ਦਿੰਦੇ ਆ ਔਰ ਅਗਰ ਗਲਤੀ ਹੋਵੇ ਤਾਂ ਡੈਫੀਨੇਟਲੀ ਉਹ ਤਾਂ ਲੀਨੀਅੰਟ ਵੀਜ਼ਾ ਆਫਿਸਰ ਕਈ ਵਾਰੀ ਇਹੋ ਜਿਹੀ ਗਲਤੀਆਂ ਦੇ ਨਾਲ ਵੀ ਵੀਜ਼ਾ ਦੇ ਦਿੰਦੇ ਨੇ, ਲੇਕਿਨ ਸਟ੍ਰਿਕਟ ਵੀਜ਼ਾ ਆਫਿਸਰ ਜਿਹੜੇ ਨੇ ਉਹ ਜ਼ਿਆਦਾਤਰ ਰਿਫਿਊਜ਼ਲ ਚਲਾਉਂਦੇ ਨੇ ਔਰ ਉਹਨਾਂ ਦੇ ਵਿੱਚ ਇਹੋ ਜਿਹੇ ਜਿਹੜੇ ਵੀ ਕੋਈ ਰਿਫਿਊਜ਼ਲ ਕੇਸਿਸ ਨੇ ਚਾਹੇ ਚੰਗੇ ਸੀਗੇ ਜਾਂ ਕੋਈ ਗਲਤੀ ਹੋਈ ਤਾਂ ਉਸ ਨੂੰ ਅਸੀਂ ਦੇਖ ਕੇ ਔਰ ਉਸ ਨੂੰ ਅਸੀਂ ਦੁਬਾਰਾ ਅਪਲਾਈ ਕਰਾਂਗੇ। ਲੇਕਿਨ ਕਵਿਤਾ ਜੀ ਚੰਗੀ ਗੱਲ ਇਹ ਹੈ, ਇਹ ਤਾਂ ਬਹੁਤ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੁਰੀ ਗੱਲ ਹੈ ਔਰ ਦੁੱਖ ਵਾਲੀ ਗੱਲ ਹੈਗੀ ਹੈ ਕਿ ਜਿਹੜੇ ਸਟੂਡੈਂਟਸ ਦਾ ਰਿਫਿਊਜ਼ ਹੁੰਦਾ ਹੈ ਬਹੁਤ ਜ਼ਿਆਦਾ ਅਪਸੈਟ ਹੁੰਦੇ ਨੇ, ਟੈਨਸ਼ਨ ਵਿੱਚ ਆ ਜਾਂਦੇ ਨੇ, ਬਹੁਤ ਹੀ ਘਬਰਾ ਜਾਂਦੇ ਨੇ ਔਰ ਨੈਚੁਰਲੀ ਉਹਨਾਂ ਨੇ ਤਾਂ ਇੰਨਾ ਜ਼ਿਆਦਾ ਦੁਨੀਆਦਾਰੀ ਨਹੀਂ ਦੇਖੀ ਔਰ ਅਸੀਂ ਤਾਂ ਖੈਰ 2003 ਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਬਹੁਤ ਅਰਸੇ ਤੋਂ ਓਨੈਸਟੀ ਨਾਲ ਸਰਵਿਸਿਜ਼ ਦੇ ਰਹੇ ਹਾਂ। 2003 ਤੋਂ ਕੰਪਨੀ ਔਰ ICCRC ਮੈਂਬਰ ਔਰ ਬੜੀ ਓਨੈਸਟੀ 100% ਓਨੈਸਟੀ ਦਾ 100% ਜਿਹੜਾ ਹੈ ਕੇਅਰ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਔਰ ਇਸ ਵਾਅਦੇ ਦੇ ਨਾਲ ਹੀ ਕੰਪਨੀ ਖੋਲ੍ਹੀ ਸੀ ਅਸੀਂ ਸਰਵਿਸਿਜ਼ ਦਿੰਦੇ ਆਏ ਹੈਗੇ ਹਾਂ। ਔਰ ਇਹ ਸਾਰੀ ਜਿਹੜੇ ਪ੍ਰੋਫਾਈਲ ਨੂੰ ਦੇਖ ਕੇ ਅੱਛੀ ਗੱਲ ਇਹ ਕਿ ਰਿਫਿਊਜ਼ਡ ਕੇਸਿਸ ਦੇ ਵੀ 3-4 ਰਿਫਿਊਜ਼ਲਾਂ ਵੀ ਅਗਰ ਹੋਣ ਈਵਨ ਦਨ ਕੈਨੇਡਾ ਦੇ ਵਿੱਚ ਵੀਜ਼ਾ ਲੱਗਦਾ, ਕੋਈ ਚਿੰਤਾ ਦੀ ਜੀ। ਯਾਨੀ ਕਿ ਹੁਣ ਜਿਨ੍ਹਾਂ ਦੀਆਂ ਵੀ ਰਿਜੈਕਸ਼ਨਸ ਆਈਆਂ ਨੇ ਅਨਫੋਰਚੂਨੇਟਲੀ ਸੋ ਉਹ ਅਪਲਾਈ ਕਰ ਸਕਦੇ ਨੇ, ਰਾਈਟ? ਬਟ ਆਲਰੇਡੀ ਇਹਨਾਂ ਸਟੂਡੈਂਟ ਜਿਹੜਾ ਹੈਗਾ ਪਹਿਲਾਂ ਦਾ ਵੀ ਬੈਠਾ ਸੀਗਾ, ਡੈਫਰਮੈਂਟ ਵਾਲੇ ਬੈਠੇ ਹੋਏ ਸੀ। ਜਨਵਰੀ ਇਨਟੇਕ ਦੇ ਵਿੱਚ ਕਿੰਨੀਆਂ ਕਿ ਸੀਟਸ ਅਵੇਲੇਬਲ ਹੈਗੀਆਂ ਨੇ? ਲੱਗਦਾ ਵੀ ਹਾਂ ਜਨਵਰੀ ਦੇ ਵਿੱਚ ਹੁਣ ਮੌਕਾ ਹੈਗਾ ਸਟੂਡੈਂਟਸ ਕੋਲੇ। ਬਿਲਕੁਲ ਕਵਿਤਾ ਜੀ, ਡਿਪੈਂਡ ਕਰਦਾ ਕੁਝ ਕਾਲਜਿਸ ਦੀ ਆਲਰੇਡੀ ਸੀਟਾਂ ਫੁੱਲ ਹੋ ਗਈਆਂ, ਕੁਝ ਪ੍ਰੋਗਰਾਮਸ ਫੁੱਲ ਹੈਗੇ ਹੋ ਗਏ ਨੇ, ਕੁਝ ਓਪਨ ਹਾਲੇ ਵੀ ਹੈਗੇ ਨੇ, ਕੁਝ ਕਾਲਜਿਸ ਨੇ ਹਾਲੇ ਸ਼ੁਰੂ ਹੀ ਨਹੀਂ ਕੀਤੀਆਂ ਐਪਲੀਕੇਸ਼ਨਸ ਲੈਣੀਆਂ, ਕੁਝ ਨੇ ਬਿਲਕੁਲ ਹੀ ਬੰਦ ਕਰ ਦਿੱਤੀਆਂ। ਸੋ ਇਹ ਉਹੀ ਅਗੇਨ ਕਿ ਡਿਪੈਂਡ ਕਰਦਾ ਸਟੂਡੈਂਟ ਦੇ ਪ੍ਰੋਫਾਈਲ 'ਤੇ, ਪਹਿਲਾਂ ਕੀ ਐਜੂਕੇਸ਼ਨ ਕੀਤੀ ਹੈ, ਕਿੱਥੇ ਜਾਣਾ ਚਾਹੁੰਦੇ ਨੇ, ਕਿ ਕੋਈ ਫਰੈਂਡ ਰਿਲੇਟਿਵ ਹੈਗਾ ਉੱਥੇ ਜਾਣਾ ਚਾਹੁੰਦੇ ਨੇ ਜਾਂ ਜਿੱਥੇ PR ਸੌਖੀ ਆ ਪੜ੍ਹ ਕੇ ਉੱਥੇ ਜਾਣਾ ਚਾਹੁੰਦੇ ਨੇ। ਸੋ ਜਾਂ ਕਈ ਸਟੂਡੈਂਟਸ ਇਹੋ ਜਿਹੀ ਥਾਂ 'ਤੇ ਜਾਣਾ ਚਾਹੁੰਦੇ ਨੇ ਜਿੱਥੇ ਫੀਸ ਬਹੁਤ ਘੱਟ ਹੋਵੇ, ਅਫੋਰਡੇਬਿਲਿਟੀ ਘੱਟ ਹੈ। ਆਫਕੋਰਸ ਪਾਇਨੀਅਰ ਇਮੀਗ੍ਰੇਸ਼ਨ ਇਹ ਖਿਆਲ ਰੱਖਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਨਾ, ਉੱਥੇ ਹੀ ਭੇਜਦੇ ਹਾਂ ਅਸੀਂ, ਉਹੀ ਐਡਵਾਈਸ ਕਰਦੇ ਹਾਂ 100% ਜਿੱਥੇ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੈ। ਸਟੂਡੈਂਟਸ ਵੀ ਇਸ ਚੀਜ਼ ਦਾ ਖਿਆਲ ਰੱਖਣ ਔਰ ਉਹਨਾਂ ਕਾਲਜਿਸ ਦੀ ਲਿਸਟ ਜਿਹੜੀ ਹੈਗੀ ਹੈ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਦਿੱਤੀ ਹੋਈ ਹੈਗੀ ਹੈ, ਤੁਸੀਂ ਆਪ ਵੀ ਦੇਖ ਸਕਦੇ ਹੋ। ਔਰ ਨਹੀਂ ਤਾਂ ਸਾਡੇ ਆਫਿਸ ਸਾਰੇ ਖੁੱਲ੍ਹ ਚੁੱਕੇ ਨੇ ਆਲਰੇਡੀ ਔਰ ਉੱਥੇ ਜਾ ਕੇ ਫ਼ੋਨ 'ਤੇ ਗੱਲ ਕਰਕੇ ਜਾਂ ਵੀਡੀਓ ਕਾਲ ਦੇ ਜ਼ਰੀਏ ਜਾਂ ਪਰਸਨਲ ਵਿਜ਼ਿਟ ਕਰਕੇ ਸਾਰੇ ਆਫਿਸ ਦੇ ਵਿੱਚ ਜਿੱਥੇ ਵੀ ਤੁਹਾਡਾ ਨੇੜੇ ਵਾਲਾ ਆਫਿਸ ਹੈ ਉੱਥੇ ਜਾ ਕੇ ਤੁਸੀਂ ਇਹ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਔਰ ਜਿੱਥੇ ਵੀ
ਤੁਹਾਡੇ ਆਪਸ਼ਨ ਦਾ, ਤੁਹਾਡੀ ਚੁਆਇਸ ਦਾ ਕਾਲਜ ਔਰ ਪ੍ਰੋਗਰਾਮ ਅਵੇਲੇਬਲ ਹੈਗਾ, ਕਿੱਥੇ ਸੀਟਸ ਹੈਗੀਆਂ ਨੇ, ਕਿੱਥੇ ਨਹੀਂ ਹੈਗੀਆਂ, ਪੂਰੀ ਡਿਟੇਲਡ ਡਿਸਕਸ਼ਨ ਤੁਸੀਂ ਕਰ ਸਕਦੇ ਹੋ। ਲੇਕਿਨ ਜਨਵਰੀ 22 ਵਾਸਤੇ ਹਾਲੇ ਕਾਫੀ ਜਿਹੜੀ ਆਪਸ਼ਨਸ ਹੈਗੀਆਂ ਨੇ, ਕੋਈ ਚਿੰਤਾ ਦੀ ਜ਼ਰੂਰਤ ਨਹੀਂ। ਅੱਛਾ, ਹੁਣ CBSE ਸਟੂਡੈਂਟ ਜਿਹੜੇ ਹੈਗੇ ਨੇ ਉਹਨਾਂ ਦੇ ਰਿਜ਼ਲਟਸ ਵੀ ਆ ਜਾਣੇ ਨੇ ਬਹੁਤ ਜਲਦੀ। 31 ਜੁਲਾਈ ਦਾ ਗਵਰਨਮੈਂਟ ਨੇ ਡਿਕਲੇਅਰ ਕੀਤਾ ਸੀ ਕਿ 31 ਜੁਲਾਈ ਨੂੰ ਡਿਕਲੇਅਰ ਕਰ ਦੇਣਗੇ, ਔਰ 40% ਜਿਹੜਾ ਹੈਗਾ ਉਹਨਾਂ ਦੀ ਪਾਲਿਸੀ ਸੀਗੀ ਕਿ 40% +2 ਦੇ ਜਿੰਨੇ ਵੀ ਟੈਸਟ ਹੋਏ ਨੇ ਜਾਂ ਅਸਾਈਨਮੈਂਟਸ ਨੇ ਉਹਨਾਂ ਦੇ ਆਧਾਰਿਤ ਹੋਏਗਾ, ਔਰ 30% 11th 30% ਜਿਹੜਾ ਹੈਗਾ ਉਹ ਮੈਟ੍ਰਿਕ ਦੇ ਰਿਜ਼ਲਟ ਨੂੰ ਜਿਹੜਾ ਐਡ ਕਰਕੇ ਤਿੰਨਾਂ ਨੂੰ ਤੇ ਉਹ ਰਿਜ਼ਲਟ ਦਿੱਤਾ ਜਾਏਗਾ। ਔਰ ਸਟੂਡੈਂਟ ਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਸਾਡੇ ਇੰਨੇ ਮਾਰਕਸ ਆਣਗੇ ਡੈਫੀਨਿਟਲੀ। ਔਰ ਅੱਛੀ ਗੱਲ ਹੈ ਕਿ ਆਈਲੈਟਸ ਸੈਂਟਰ ਵੀ ਖੁੱਲ ਗਏ ਨੇ, ਔਰ ਆਈਲੈਟਸ ਦੀ ਬੁਕਿੰਗ ਕਰਵਾ ਕੇ ਅਗਰ ਰਿਜ਼ਲਟਸ ਆਲਰੇਡੀ ਹੈਗਾ ਸਟੂਡੈਂਟ ਕੋਲੇ ਤੇ ਆਈਲੈਟਸ ਦੀ ਬੁਕਿੰਗ ਕਰਾ ਕੇ ਕੰਡੀਸ਼ਨਲ ਆਫਰ ਲੈਟਰ, ਜਿਸ ਤਰ੍ਹਾਂ ਤੁਸੀਂ ਕਿਹਾ ਜਨਵਰੀ ਦੇ ਵਿੱਚ ਸੀਟਸ ਅਵੇਲੇਬਿਲਿਟੀ ਦੇ ਵਿੱਚ ਥੋੜੀ ਦਿੱਕਤ ਹੋ ਸਕਦੀ ਹੈਗੀ ਹੈ, ਔਰ ਕੁਝ ਕਾਲਜਸ ਨੇ ਆਲਰੇਡੀ ਆਪਣੀ ਜਿਹੜੀ ਹੈ ਆਫ ਦ ਰਿਕਾਰਡ ਗੱਲ ਚੱਲ ਰਹੀ ਸੀ ਕਿ ਕਾਫੀ ਸਾਰੀ ਕਾਲਜਸ ਨੇ ਆਲਰੇਡੀ ਐਪਲੀਕੇਸ਼ਨਸ ਲੈਣੀਆਂ ਵੀ ਬੰਦ ਕਰ ਦਿੱਤੀਆਂ ਨੇ। ਸੋ ਤੁਸੀਂ ਜੇ ਰਿਜ਼ਲਟ ਹੈਗਾ ਤੇ ਆਈਲੈਟਸ ਦੀ ਬੁਕਿੰਗ ਦੇ ਨਾਲ ਕੰਡੀਸ਼ਨਲ ਆਫਰ ਲੈਟਰ ਵਾਸਤੇ ਅਪਲਾਈ ਕਰ ਸਕਦੇ ਹੋ, ਔਰ ਅਗਰ ਆਈਲੈਟਸ ਦਾ ਰਿਜ਼ਲਟ ਹੈਗਾ ਔਰ ਤੁਹਾਡੀ ਐਜੂਕੇਸ਼ਨ ਦਾ ਰਿਜ਼ਲਟ ਨਹੀਂ ਹੈ, ਫਿਰ ਵੀ ਕਈ ਕਾਲਜਸ ਕੰਡੀਸ਼ਨਲ ਆਫਰ ਲੈਟਰ ਵਾਸਤੇ ਅਲਾਉ ਕਰਦੇ ਨੇ, ਅਪਲਾਈ ਕਰ ਸਕਦੇ ਆ। ਔਰ ਖਾਸ ਤੌਰ ਤੇ ਇੱਕ ਧਿਆਨ ਦੇਣਾ ਹੈ ਕਿ ਐਜੂਕੇਸ਼ਨ ਦਾ ਰਿਜ਼ਲਟ ਆ ਗਿਆ, ਆਈਲੈਟਸ ਦਾ ਵੀ ਰਿਜ਼ਲਟ ਆ ਗਿਆ, ਫਿਰ ਤਾਂ ਮੋਸਟ ਜਿਹੜੇ ਸਾਰੇ ਕਾਲਜਸ ਜਿਹੜੇ ਹੈ ਵਿੱਚ ਅਸੀਂ ਜਿੱਥੇ ਮਰਜ਼ੀ ਆਪਣੀ ਮਰਜ਼ੀ ਨਾਲ ਐਪਲੀਕੇਸ਼ਨ ਪਾ ਸਕਦੇ ਹਾਂ। ਲੇਕਿਨ ਜਿੱਦਾਂ ਹੀ ਆਈਲੈਟਸ ਦਾ ਆਨਲਾਈਨ ਰਿਜ਼ਲਟ ਆਉਂਦਾ, ਤੁਸੀਂ TRF ਦੀ ਵੇਟ ਨਹੀਂ ਕਰਨੀ, ਜਿੱਦਾਂ ਹੀ ਆਨਲਾਈਨ ਰਿਜ਼ਲਟ ਆਉਂਦਾ ਉਦੋਂ ਹੀ ਨਾਲ ਦੇ ਨਾਲ ਐਪਲੀਕੇਸ਼ਨ ਪਾ ਦੇਣੀ ਆ ਆਨਲਾਈਨ, ਤਾਂ ਕਿ ਕਿਉਂਕਿ ਆਨਲਾਈਨ ਐਪਲੀਕੇਸ਼ਨ ਚਲੀ ਜਾਂਦੀ ਹੈ, ਡਾਕੂਮੈਂਟਸ ਬਾਅਦ ਦੇ ਵਿੱਚ 5-7-10 ਦਿਨ ਬਾਅਦ ਭੇਜ ਸਕਦੇ ਹੈਗੇ ਆ, ਤੇ 5-7-10 ਦਿਨ ਲੱਗ ਜਾਂਦੇ ਨੇ TRF ਆਉਣ ਨੂੰ, ਤੇ ਆਪਣੀ ਐਪਲੀਕੇਸ਼ਨ ਤਾਂ ਕਿ ਕਿਊ ਦੇ ਵਿੱਚ ਲੱਗੇ, ਲਾਈਨ ਦੇ ਵਿੱਚ ਲੱਗੇ, ਔਰ ਪ੍ਰਾਇੋਰਟੀ ਦੇ ਉੱਪਰ ਆਪਾਂ ਨੂੰ ਪ੍ਰੈਫਰੈਂਸ ਮਿਲੇ, ਤਾਂ ਕਿ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਅਪਲਾਈ ਕਰਨ ਦੇ ਨਾਲ ਆਪਾਂ ਨੂੰ ਸੀਟ ਨਾ ਮਿਲੇ। ਜੀ। ਅੱਛਾ, ਹੁਣ ਮੈਡੀਕਲ ਵੀ ਓਪਨ ਹੋ ਚੁੱਕੇ ਨੇ? ਬਿਲਕੁਲ। ਅੱਛਾ, ਜਿੱਥੇ ਮੈਡੀਕਲ ਓਪਨ ਹੋਏ ਨੇ ਉੱਥੇ ਹੀ ਦੂਸਰੇ ਪਾਸੇ ਸਾਨੂੰ ਫੁੱਲੀ ਵੈਕਸੀਨੇਟਡ ਹੋਣ ਦੀ ਦੱਸਿਆ ਜਾ ਰਿਹਾ ਵੀ ਸਟੂਡੈਂਟਸ ਦੇ ਵਾਸਤੇ ਵੈਕਸੀਨ, ਦੋਨੋਂ ਵੈਕਸੀਨ ਦਾ ਲੱਗਿਆ ਹੋਣਾ ਜ਼ਰੂਰੀ ਹੈ ਜਦੋਂ ਅਸੀਂ ਟਰੈਵਲ ਕਰਨਾ ਹੈ। ਦੇਖੋ, ਬੜੀ ਅੱਛੀ ਖਬਰ ਹੈ ਕਿ ਮੈਡੀਕਲ ਵੀ 29 ਜੂਨ ਤੋਂ ਸ਼ੁਰੂ ਹੋ ਚੁੱਕੇ ਨੇ, ਔਰ ਨਾਲ ਹੀ VFS ਵੀ ਖੁੱਲ ਚੁੱਕੇ ਨੇ, ਬਾਇਓਮੈਟ੍ਰਿਕਸ ਵੀ ਨਾਟ ਓਨਲੀ ਫॉर ਸਟੂਡੈਂਟਸ ਬਲਕਿ ਕਾਫੀ ਚਿਰ ਤੋਂ, ਕਈ ਮਹੀਨਿਆਂ ਤੋਂ ਜਿਹੜੇ ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ ਵਗੈਰਾ ਦੇ ਜਿਹੜੇ ਮੈਡੀਕਲ ਜਿਹੜੇ ਬਾਇਓਮੈਟ੍ਰਿਕਸ ਬੰਦ ਸੀਗੇ, VFS ਨੇ ਸਾਰੀਆਂ ਕੈਟੇਗਰੀਜ਼ ਵਾਸਤੇ ਜਿਹੜੇ ਬਾਇਓਮੈਟ੍ਰਿਕਸ ਕਰਨੇ ਸ਼ੁਰੂ ਕਰ ਦਿੱਤੇ ਨੇ। ਔਰ ਚੰਗੀ ਖਬਰ ਇਹ ਹੈਗੀ ਹੈ ਕਿ ਅਰਲੀਅਰ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ 3 ਦਿਨ ਦਾ ਹੋਟਲ ਕੁਆਰੰਟਾਈਨ ਸੀਗਾ, ਕੈਨੇਡਾ ਗਵਰਨਮੈਂਟ ਨੇ ਜ਼ਰੂਰੀ ਕੀਤਾ ਸੀਗਾ, ਔਰ 11 ਦਿਨ ਜਿਹੜੇ ਨੇ ਤੁਸੀਂ ਹੋਰ ਕਿਸੇ ਆਪਣੀ ਪਰਸਨਲ ਜਗ੍ਹਾ 'ਤੇ ਹੋਟਲ ਦੇ ਵਿੱਚ ਜਾਂ ਫਰੈਂਡ ਰਿਲੇਟਿਵ ਵਗੈਰਾ ਕੋਲੇ 11 ਡੇਜ਼ ਦਾ ਟੋਟਲ 14 ਡੇਜ਼ ਦਾ ਕੁਆਰੰਟਾਈਨ ਜ਼ਰੂਰੀ ਸੀਗਾ। ਸੋ ਫੁੱਲੀ ਵੈਕਸੀਨੇਟਡ ਜਿਹੜੇ ਪੈਸੇਂਜਰਸ ਹੈਗੇ ਨੇ, ਟਰੈਵਲਰਸ ਹੈਗੇ ਨੇ, ਜਿਨ੍ਹਾਂ ਨੇ ਦੋਨੋਂ ਡੋਜ਼ੇਜ਼ ਲਗਵਾ ਲਈਆਂ, ਲੇਕਿਨ ਸੈਕੰਡ ਡੋਜ਼ ਨੂੰ ਘੱਟੋ ਘੱਟ 14 ਦਿਨ ਜਾਂ ਆਫ ਕੋਰਸ ਉਸ ਤੋਂ ਜ਼ਿਆਦਾ ਵੀ ਹੋਣੇ ਚਾਹੀਦੇ ਨੇ। 14 ਡੇਜ਼ ਤੋਂ ਜ਼ਿਆਦਾ ਹੋ ਚੁੱਕੇ ਨੇ ਸੈਕੰਡ ਡੋਜ਼ ਲਵਾਏ ਨੂੰ, ਉਹ ਜਿਹੜੇ ਆ ਉਹਨਾਂ ਨੂੰ ਇਹ ਨਾ ਹੀ ਹੋਟਲ ਕੁਆਰੰਟਾਈਨ ਦੀ ਜ਼ਰੂਰਤ ਹੈਗੀ ਆ, ਨਾ ਹੀ ਹੋਟਲ ਤੋਂ ਬਾਹਰ ਜਿਹੜੇ 11 ਡੇਜ਼ ਦਾ ਕੁਆਰੰਟਾਈਨ ਸੀਗਾ ਉਸ ਦੀ ਜ਼ਰੂਰਤ ਹੈਗੀ ਆ। ਔਰ ਰੀਸੈਂਟਲੀ ਕੈਨੇਡਾ ਗਵਰਨਮੈਂਟ ਨੇ ਕੀਤਾ ਸੀਗਾ ਕਿ ਜਦੋਂ ਟਰੈਵਲਰਸ ਪਹੁੰਚਦੇ ਸੀਗੇ ਉਸ ਤੋਂ ਬਾਅਦ 8th ਡੇ ਨੂੰ 8ਵੇਂ ਦਿਨ ਇੱਕ ਜਿਹੜਾ ਕੋਵਿਡ ਦਾ ਟੈਸਟ ਹੋਣਾ ਜ਼ਰੂਰੀ ਸੀਗਾ, ਉਹ ਵੀ ਹੁਣ ਕਰਨ ਦੀ ਜ਼ਰੂਰਤ ਨਹੀਂ ਪਏਗੀ ਅਗਰ ਫੁੱਲੀ ਵੈਕਸੀਨੇਟਡ ਨੇ। ਤੇ ਧਿਆਨ ਰੱਖਣਾ ਕੁਝ ਸ਼ਰਤਾਂ ਨੇ ਕਿ ਇੱਕ ਤਾਂ ਕੋਵਿਡ ਦਾ ਜਿਹੜਾ ਪ੍ਰੂਫ ਹੈਗਾ, ਜਿਹੜਾ ਵੈਕਸੀਨ ਦਾ ਪ੍ਰੂਫ, ਕੋਵਿਡ ਦੀ ਵੈਕਸੀਨ ਜਿਹੜਾ ਉਹ ਆਪਾਂ ਅਰਾਈਵ ਕੈਨ ਐਪ 'ਤੇ ਅਪਲੋਡ ਕਰਨਾ ਹੈਗਾ ਫਲਾਈਟ ਤੋਂ ਪਹਿਲਾਂ, ਇਸ ਗੱਲ ਦਾ ਖਿਆਲ ਰੱਖਣਾ। ਔਰ ਹਲੇ ਲੇਕਿਨ ਇੱਕ ਸਿੰਪਟਮਸ ਨਹੀਂ ਹੋਣੇ ਚਾਹੀਦੇ, ਖਾਂਸੀ ਬੁਖਾਰ ਵਗੈਰਾ ਨਹੀਂ ਹੋਣਾ ਚਾਹੀਦਾ, ਔਰ ਜਿਹੜਾ ਕੋਵਿਡ ਵੈਕਸੀਨ ਦਾ ਜਿਹੜਾ ਪ੍ਰੂਫ ਹੈਗਾ, ਜਿਹੜਾ ਡਾਕੂਮੈਂਟ ਹੈਗਾ, ਉਹ ਇੰਗਲਿਸ਼ ਜਾਂ ਫ੍ਰੈਂਚ ਦੇ ਵਿੱਚ ਹੋਣਾ ਚਾਹੀਦਾ ਹੈਗਾ ਜੀ। ਸੋ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਜੀ, ਫਿਲਹਾਲ ਸਾਡੇ ਵਿਦਿਆਰਥੀ ਸੋ ਹੁਣ ਰਿਜ਼ਲਟ ਦਾ ਇੰਤਜ਼ਾਰ ਸੀ ਕਿ ਵੀ ਨੰਬਰ ਚੰਗੇ ਆ ਜਾਣ, ਤੇ ਨਾਲ ਦੇ ਨਾਲ ਹੁਣ ਆਇਲਟਸ ਦੀ ਜਿਹੜੀ ਹੈਗੀ ਆਪਣੇ ਐਗਜ਼ਾਮ ਦੀ ਜਿਹੜੀ ਹੈਗੀ ਤੁਸੀਂ ਡੇਟ ਜ਼ਰੂਰ ਕਾਈਂਡਲੀ ਬੁੱਕ ਕਰਵਾਓ ਜੀ, ਸੋ ਦੈਟ ਕਿ ਅਸੀਂ ਲੇਟ ਨਾ ਹੋਈਏ ਤੇ ਜਨਵਰੀ ਇਨਟੇਕ ਨੂੰ ਗ੍ਰੈਬ ਕਰ ਲਈਏ। ਓਪਰਚੁਨਿਟੀਜ਼ ਸੀ ਸਾਡੇ ਵਾਸਤੇ ਅੱਜ ਕੈਨੇਡਾ ਸਟੱਡੀ ਵੀਜ਼ਾ ਦੀਆਂ। ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਜੀ ICCRC ਮੈਂਬਰ ਸਾਡੇ ਨਾਲ ਹੈਗੇ ਨੇ, ਤੇ ਨੰਬਰ ਵੀ ਤੁਹਾਡੀ ਸਕਰੀਨ ਦੇ ਉੱਤੇ ਜੀ ਫਲੈਸ਼ ਹੋ ਰਹੇ ਨੇ, ਕਾਲ ਕਰ ਸਕਦੇ ਹੋ, ਆਪਣਾ ਸਵਾਲ ਡਿਸਕਸ ਕਰਿਆ ਕਰੋ। ਸੋ ਸਟੂਡੈਂਟਸ ਜੀ ਜਿਨ੍ਹਾਂ ਦੀਆਂ ਰਿਜੈਕਸ਼ਨਸ ਆਈਆਂ ਹੋਈਆਂ ਨੇ
ਫਿਰ ਚਾਹੇ ਕਿਊਬਿਕ ਵਾਲੇ ਸਟੂਡੈਂਟ ਜਿਹੜੇ ਅੱਜ ਵੀ ਇੰਤਜ਼ਾਰ ਵਿੱਚ ਨੇ, ਕਿਊਬਿਕ ਵਾਲਿਆਂ ਦੇ ਰਿਜ਼ਲਟਸ ਨੂੰ ਲੈ ਕੇ ਕੀ ਲੱਗਦਾ ਵੀ ਕਿੱਦਾਂ ਦੇ ਰਿਜ਼ਲਟ ਉਹਨਾਂ ਨੂੰ ਵੇਖਣ ਨੂੰ ਮਿਲਣਗੇ? ਦੇਖੋ ਕਵਿਤਾ ਜੀ, ਹਾਲੇ ਤਾਂ ਆਣੇ ਸ਼ੁਰੂ ਨਹੀਂ ਹੋਏ, ਲੇਕਿਨ ਮਨ ਦੇ ਵਿੱਚ ਖਤਰਾ ਜ਼ਰੂਰ ਲੱਗਦਾ ਪਿਆ ਹੈਗਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਬੜੇ ਸਾਲਾਂ ਤੋਂ ਇਹ ਮਈ 2009 ਤੋਂ SPP ਸਟੂਡੈਂਟ ਪਾਰਟਨਰਸ ਪ੍ਰੋਗਰਾਮ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਜੁਲਾਈ 18 ਦੇ ਵਿੱਚ SDS ਸ਼ੁਰੂ ਹੋਇਆ ਸੀਗਾ। ਇੰਨੇ ਚਿਰ ਤੋਂ ਕਦੇ ਵੀ ਇਹ ਰਿਕੁਆਇਰਮੈਂਟ ਨਹੀਂ ਸੀਗੀ ਕਿ 6 ਮਹੀਨੇ ਪੁਰਾਣੇ ਫੰਡਸ ਦਿਖਾਓ ਜਾਂ ਇਨਕਮ ਦੇ ਪ੍ਰੂਫ ਦਿਖਾਓ। ਇਨਕਮ ਦੇ ਨੌਨ SDS ਜਨਰਲ ਕੈਟਾਗਰੀ ਦੇ ਵਿੱਚ ਅਸੀਂ ਦਿੰਨੇ ਆ, ਅਪਲੋਡ ਕਰਦੇ ਆ, ਲੇਕਿਨ ਬਾਕੀ ਜਿਹੜੇ ਫੰਡਸ ਦਿਖਾਣੇ ਜਾਂ ਉਹ ਵੀ 6 ਮਹੀਨੇ ਪੁਰਾਣੇ, ਇਸ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਕਾਨੂੰਨ ਦੇ ਵਿੱਚ ਨਹੀਂ ਹੈ। ਔਰ ਮੰਗੇ ਹੈਗੇ ਨਹੀਂ ਤੇ ਫਿਰ ਇਸ ਦਾ ਮਤਲਬ ਦਿੱਕਤ ਹੋਣ ਦੀ ਸੰਭਾਵਨਾ, ਕਿਉਂਕਿ ਜ਼ਿਆਦਾਤਰ ਸਟੂਡੈਂਟਸ ਕੋਲੇ ਅਨਫੋਰਚੂਨੇਟਲੀ ਐਜ਼ ਐਕਸਪੈਕਟਡ ਆਪਾਂ ਨੂੰ ਪਤਾ ਹੀ ਹੈਗਾ ਕਿ ਪੁਰਾਣੇ ਫੰਡਸ ਖਾਸ ਤੌਰ ਤੇ ਆਪਣੇ ਇਮੀਡੀਏਟ ਫੈਮਿਲੀ ਮੈਂਬਰਸ ਦਾ ਮਤਲਬ ਪੇਰੈਂਟਸ, ਗ੍ਰੈਂਡ ਪੇਰੈਂਟਸ ਔਰ ਬ੍ਰਦਰ ਸਿਸਟਰ ਦੇ ਅਕਾਊਂਟ ਦੇ ਵਿੱਚ ਨਹੀਂ ਸੀਗੇ। ਸੋ ਹੁਣ ਉਹ ਨੈਚੁਰਲ ਹੈ ਕਿ ਜਦੋਂ ਮੰਗੇ ਹੈ ਨੇ, ਅਚਾਨਕ ਮੰਗ ਲਏ ਐਮਬੈਸੀ ਨੇ, ਤਾਂ ਕੁਛ ਨਾ ਕੁਛ ਤਾਂ ਉਹਨਾਂ ਨੇ ਪ੍ਰੂਫ ਜਿਹੜਾ ਹੈ ਫੰਡਸ ਦੁਆਰਾ ਦਾ ਦੇਣਾ ਹੀ ਸੀਗਾ ਤੇ ਦਿੱਤੇ ਨਹੀਂ। ਲੈਟ ਅਸ ਸੀ ਕਿ ਐਮਬੈਸੀ ਦਾ ਰੁਖ ਹਾਲੇ ਅਸੀਂ ਕਹਿ ਨਹੀਂ ਸਕਦੇ, ਲੇਕਿਨ ਅਗਰ ਸਟ੍ਰਿਕਟ ਹੋਇਆ, ਸਖਤੀ ਵਰਤੀ ਤੇ ਫਿਰ ਰਿਫਿਊਜ਼ਲਾਂ ਦੀ ਦਿੱਕਤ ਆਏਗੀ। ਔਰ ਖਾਸ ਤੌਰ ਤੇ ਆ ਜਿਹੜੀ ਰਿਫਿਊਜ਼ਲਾਂ ਜਿਹੜੀਆਂ ਆਊਟਸਾਈਡ ਕਿਊਬਿਕ ਦੀ ਵੀ ਇਸ ਵਕਤ ਰਿਫਿਊਜ਼ਲਾਂ ਨੇ, ਲੇਕਿਨ ਇਹ ਮੈਂ ਇੱਕ ਚੀਜ਼ ਦੇਖੀ ਇੰਨੇ ਸਾਲਾਂ ਵਿੱਚ 2003 ਤੋਂ ਕਿ ਇੱਕ ਸਮਝ ਲਓ ਕਿ ਇੱਕ ਹਵਾ ਦਾ ਰੁਖ ਵਾਲੀ ਗੱਲ ਹੁੰਦੀ ਹੈ ਕਿ ਇੱਕ ਪਾਸੇ ਨੂੰ ਹੈ ਕਿ ਜਾਂ ਰੀਸੈਂਟਲੀ ਜਿਹੜੀਆਂ ਐਪਲੀਕੇਸ਼ਨਾਂ ਨੇ ਇਹ ਇੱਕ ਪਾਰਟੀਕੂਲਰ ਸੈਂਟਰ ਤੇ ਭੇਜੀਆਂ ਗਈਆਂ ਜਿੱਥੇ ਕਿ ਉਹ ਜ਼ਿਆਦਾਤਰ ਉਹ ਸਾਰੀਆਂ ਰਿਫਿਊਜ਼ਲਾਂ ਹੀ ਦਿੱਤੀਆਂ ਉਹਨਾਂ ਨੇ, ਮੋਸਟ ਜ਼ਿਆਦਾਤਰ ਜਿਹੜੀਆਂ ਨੇ। ਸੋ ਇਹ ਹੁੰਦਾ ਕਿ ਕਈ ਵਾਰੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਕਿ ਸਾਰੇ ਵੀਜ਼ੇ ਆਉਂਦੇ ਨੇ ਔਰ ਇੱਕ ਮਹੀਨਾ ਇਸ ਤਰ੍ਹਾਂ ਦਾ ਟਾਈਮ ਹੁੰਦਾ ਕਿ ਸਾਰੇ ਵੀਜ਼ੇ ਆਉਂਦੇ ਨੇ ਔਰ 90-95% ਵੀਜ਼ਾ ਸਕਸੈਸ ਰੇਟ ਹੁੰਦਾ ਔਰ ਕਈ ਵਾਰੀ ਜਿਹੜਾ ਥੱਲੇ ਆ ਜਾਂਦੀ ਹੈ ਤੇ 50% 60% ਇਹ ਵੀ ਦਿੱਕਤ ਆਉਂਦੀ ਹੈ। ਸੋ ਡਿਪੈਂਡ, ਲੇਕਿਨ ਇਸ ਵਕਤ ਜਿਹੜਾ ਅਨਫੋਰਚੂਨੇਟਲੀ ਸਾਰੇ ਪੰਜਾਬ ਦੇ ਤੋਂ ਸਾਡੇ ਕੋਲ ਇਨਕੁਆਇਰੀਜ਼ ਆ ਰਹੀਆਂ ਨੇ, ਕਾਫੀ ਜ਼ਿਆਦਾ ਰਿਫਿਊਜ਼ਲਸ ਲੱਗਦੀਆਂ ਪਈਆਂ ਨੇ, ਲੇਕਿਨ ਚਿੰਤਾ ਕਰਨ ਦੀ, ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈਗੀ ਸਟੂਡੈਂਟਸ ਨੂੰ। ਇਹ ਪੁਰਾਣੀ ਰਵਾਇਤ, ਜਿਹੜੀ ਪੁਰਾਣੀ ਗੱਲਬਾਤ ਚੱਲਦੀ ਆ ਰਹੀ ਹੈਗੀ ਹੈ ਕਿ ਰਿਫਿਊਜ਼ਲ ਹੋਵੇ ਤਾਂ ਕੋਈ ਚਿੰਤਾ ਨਹੀਂ, ਦੁਬਾਰਾ ਅਪਲਾਈ ਕਰ ਲਓ ਬਿਨਾਂ ਝਿਜਕ, ਬਿਨਾਂ ਟੈਨਸ਼ਨ ਦੇ, ਔਰ ਜ਼ਿਆਦਾਤਰ ਦੇ ਵੀਜ਼ੇ ਲੱਗਦੇ ਆ, ਕੋਈ ਦਿੱਕਤ ਦੀ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਜਿਹੜੀ ਅਸੀਂ ਦੁਬਾਰਾ ਅਪਲਾਈ ਕਰਾਂਗੇ, ਰੀ-ਅਪਲਾਈ ਕਰਾਂਗੇ, ਉਸ ਦੇ ਵਿੱਚ ਐਪਲੀਕੇਸ਼ਨ ਜਿਹੜੀ ਹੈ ਦੂਸਰੇ ਸੈਂਟਰ ਤੇ ਜਾਏਗੀ, ਹੋਰ ਕੋਈ ਵੀਜ਼ਾ ਅਫਸਰ ਚੱਕੇਗਾ। ਔਰ ਖਾਸ ਤੌਰ ਤੇ ਕੇਪਸ ਕਈ ਵਾਰੀ ਸਟੂਡੈਂਟਸ ਮੰਗਵਾ ਲੈਂਦੇ ਆ ਔਰ ਕੇਪਸ ਦੇ ਵਿੱਚ ਵੀ ਇਹ ਲਿਖਿਆ ਹੁੰਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਕੋਰਸ ਰੈਲੇਵੈਂਟ ਨਹੀਂ ਹੈਗਾ, ਜਾਂ ਈਵਨ ਕਿ ਇੱਕ ਦੇ ਵਿੱਚ 5.5 ਬੈਂਡ ਹੋਣ ਤਾਂ ਲਿਖ ਦਿੰਦੇ ਨੇ ਲੋ ਮਾਰਕਸ ਨੇ, ਬੈਂਡ ਦੇ ਲੋ ਬੈਂਡਸ ਨੇ, ਔਰ ਲੈਂਗੁਏਜ ਐਬਿਲਿਟੀ ਲੋ ਹੈਗੀ ਹੈ, ਜਿਸ ਦੇ ਕਰਕੇ ਮੈਨੂੰ ਲੱਗਦਾ ਹੈ ਕਿ ਸਟੂਡੈਂਟ ਪੜ੍ਹ ਨਹੀਂ ਪਾਏਗਾ। ਦੁਬਾਰਾ ਲਾਉਂਦੇ ਆ, ਦੂਸਰੇ ਵੀਜ਼ਾ ਅਫਸਰ ਕੋਲ ਜਾਂਦੀ ਹੈ ਤੇ ਕਿੰਨਾ ਵੀ ਓਬਜੈਕਸ਼ਨ ਲੱਗਿਆ ਹੋਵੇ ਉਹ ਵੀਜ਼ਾ ਅਫਸਰ ਜਿਹੜਾ ਹੈ ਦੇ ਦਿੰਦਾ ਵੀਜ਼ਾ, ਕੋਈ ਚਿੰਤਾ ਦੀ ਗੱਲ ਨਹੀਂ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਰਵੀ ਸਰ, ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹੋ ਜੀ। ਥੈਂਕ ਯੂ ਸੋ ਮਚ। ਵੈਲਕਮ, ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਇਸੇ ਦੇ ਨਾਲ ਜੀ ਹੁਣ ਦਿਓ ਇਜਾਜ਼ਤ, ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਜੀ ਇੱਕ ਹੋਰ ਨਵੇਂ ਟੌਪਿਕ ਦੇ ਨਾਲ। ਸੋ ਤਦ ਤੱਕ ਆਪਣਾ ਖਿਆਲ ਰੱਖੋ ਤੇ ਨਾਲ ਹੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਦੇ ਰਿਹਾ ਕਰੋ। ਹਰ ਰੋਜ਼ ਦੁਪਹਿਰੇ 2 ਵਜੇ ਅਸੀਂ ਉੱਥੇ ਹਾਜ਼ਰ ਹੁੰਦੇ ਹਾਂ, ਜਿੱਥੇ ਅਸੀਂ ਸੁਣਦੇ ਹਾਂ ਜੀ ਤੁਹਾਡੇ ਸਵਾਲਾਂ ਨੂੰ, ਡਿਸਕਸ ਕਰਦੇ ਤੁਹਾਡੀਆਂ ਪ੍ਰੋਫਾਈਲਸ ਨੂੰ। ਫਿਲਹਾਲ ਕੈਨੇਡਾ ਸਟੱਡੀ ਵੀਜ਼ਾ ਤੁਹਾਡੇ ਕੋਲੇ ਓਪਰਚੁਨਿਟੀ ਜਨਵਰੀ ਇਨਟੇਕ ਦੀ, ਸੋ ਦੇਰ ਨਹੀਂ ਕਰਨੀ ਜੀ ਤੇ ਆਪਣਾ ਖਿਆਲ ਰੱਖੋ। ਸਤਿ ਸ਼੍ਰੀ ਅਕਾਲ।